ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਪਾਪ ਪੁੰਨ। ਪਹਿਲੇ ਗੁਰਬਾਣੀ ਦੀਆਂ ਕੁਝ ਪੰਕਤੀਆਂ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰ ਨ ਜਾਣੀ। ਤਤੈ ਸਾਰ ਨ ਜਾਣੀ ਗੁਰੂ ਬਾਝੋ, ਤਤੈ ਸਾਰ ਨ ਜਾਣੀ। ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਪਾਪ ਪੁੰਨ ਵਰਤੈ ਸੰਸਾਰਾ, ਹਰਕ ਸੋਗ ਸਭ ਦੁੱਖ ਹੈ ਭਾਰਾ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਪਤਾ ਲੱਗਦਾ ਹੈ ਕਿ ਪੁੰਨ ਪਾਪ ਸਿਰਫ ਇਸ ਮਾਇਕੀ ਦੁਨੀਆ ਅਰਥਾਤ ਤ੍ਰੈ ਗੁਣਾਂ ਦੀ ਹੀ ਕਲਪਨਾ ਹੈ। ਇਹ ਕਲਪਨਾ ਉਦੋਂ ਤੱਕ ਰਹੇਗੀ ਜਦ ਤਾਈਂ ਜੀਵ ਆਪਣੇ ਕੇਂਦਰ ਤਤ ਰੂਪ ਆਪੇ ਨੂੰ ਨਹੀਂ ਪਹਿਚਾਣਦਾ। ਇਸ ਤਤ ਰੂਪ ਨੂੰ ਗੁਰਬਾਣੀ ਵਿੱਚ ਆਪਾ, ਸ਼ਬਦ, ਨਾਮ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਇਹ ਤਤ ਐਸੈਂਸ ਰੂਪ ਹੈ। ਇਸ ਦੀ ਪਹਿਚਾਣ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਸੂਖਮ ਤੋਂ ਸੂਖਮ ਤੱਤ ਨੂੰ ਸਿਰਫ ਆਤਮਿਕ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਚੀਨਿਆ, ਸੀਝਿਆ ਤੇ ਪਹਿਚਾਣਿਆ ਜਾ ਸਕਦਾ ਹੈ। ਚੌਥੇ ਪਦ ਦੇ ਇਲਾਹੀ ਮੰਡਲ ਵਿੱਚ ਪਾਪ ਪੁੰਨ ਦੀ ਕਲਪਨਾ ਓਪਰੀ ਤੇ ਬੇਲੋੜੀ ਹੈ। ਵੱਖ-ਵੱਖ ਦੇਸ਼ਾਂ ਵਿੱਚ ਭਿੰਨ-ਭਿੰਨ ਲੋਕਾਂ ਦੇ ਪਾਪ ਪੁੰਨ ਦੀਆਂ ਭਿੰਨ-ਭਿੰਨ ਕਸਵੱਟੀਆਂ ਹਨ। ਮਿਸਾਲ ਦੇ ਤੌਰ ਤੇ ਇੱਕ ਪਾਸੇ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ, ਦੂਜੇ ਪਾਸੇ ਜੀਵਾਂ ਦੀ ਕੁਰਬਾਨੀ ਦੇਣੀ ਪੁੰਨ ਹੀ ਨਹੀਂ ਬਲਕਿ ਪਰਮਾਰਥ ਦੀ ਪੂਜਾ ਦਾ ਇੱਕ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਸਾਡੀਆਂ ਕਚਹਿਰੀਆਂ ਵਿੱਚ ਜਿਸ ਤਰ੍ਹਾਂ ਕਈ ਦਰਜੇ ਦੇ ਜੁਰਮ ਗਿਣੇ ਜਾਂਦੇ ਹਨ ਤੇ ਉਹਨਾਂ ਜੁਰਮਾਂ ਪਿੱਛੇ ਕਾਰਨ ਤੇ ਭਾਵਨਾ, ਮੋਟੀਵੇਸ਼ਨ ਦਾ ਖਿਆਲ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਮਾਨਸਿਕ ਪਾਪਾਂ ਦੇ ਭਿੰਨ-ਭਿੰਨ ਦਰਜੇ ਹਨ। ਸਾਡੇ ਪਾਪ ਤਿੰਨ ਕਿਸਮਾਂ ਵਿੱਚ ਵੰਡੇ ਜਾ ਸਕਦੇ ਹਨ। ਪਹਿਲਾ ਹੈ ਸਰੀਰਕ ਪਾਪ। ਇਹ ਉਹ ਹਨ ਜਿਸ ਵਿੱਚ ਚੋਰੀ, ਯਾਰੀ, ਮਾਰ ਕੁਟਾਈ ਆਦਿ ਆ ਜਾਂਦੇ ਹਨ। ਇਹਨਾਂ ਸਰੀਰਕ ਪਾਪਾਂ ਦੀ ਤਹਿ ਵਿੱਚ ਪਹਿਲਾ ਮਾਨਸਿਕ ਕਲਪਨਾ ਆਉਂਦੀ ਹੈ ਤੇ ਸਰੀਰ ਤਾਂ ਸਿਰਫ ਮਨੋਕਲਪਨਾ ਦਾ ਹਥਿਆਰ ਹੀ ਬਣਦਾ ਹੈ। ਅਸਲ ਵਿੱਚ ਇਹ ਮਾਨਸਿਕ ਪਾਪਾਂ ਦੀ ਸ਼੍ਰੇਣੀ ਵਿੱਚ ਗਿਣੇ ਜਾ ਸਕਦੇ ਹਨ। ਦੂਜਾ ਹੈ ਮਾਨਸਿਕ ਪਾਪ। ਇਹ ਪਾਪ ਸਾਡੇ ਮਨ ਦੇ ਬਿਮਾਰ ਹੋਣ ਜਾਂ ਇਸ ਦੀ ਗਿਰਾਵਟ ਦੇ ਕਾਰਨ ਨੀਵੀਆਂ ਰੁਚੀਆਂ ਤੋਂ ਉਤਪੰਨ ਹੁੰਦੇ ਹਨ। ਇਸ ਵਿੱਚ ਦੋਸ਼ੀ ਤਾਂ ਮਨ ਹੁੰਦਾ ਹੈ ਪਰ ਸਜ਼ਾ ਸਰੀਰ ਨੂੰ ਦਿੱਤੀ ਜਾਂਦੀ ਹੈ। ਇਹ ਦੁਨਿਆਵੀ ਕਾਨੂੰਨ ਜੋ ਮਾਨਸਿਕ ਪਾਪਾਂ ਲਈ ਸਰੀਰ ਨੂੰ ਸਜ਼ਾ ਦਿੰਦੇ ਹਨ, ਇਹ ਉਚਿਤ ਨਹੀਂ। ਇਹ ਮਾਨਸਿਕ ਰੋਗ ਹਨ ਤੇ ਇਹਨਾਂ ਰੋਗਾਂ ਦਾ ਇਲਾਜ ਮਾਨਸਿਕ ਤੇ ਆਤਮਿਕ ਸਤਹ ਤੇ ਹੀ ਹੋਣਾ ਚਾਹੀਦਾ ਹੈ। ਮਾਨਸਿਕ ਬਿਮਾਰੀ ਦਾ ਇਲਾਜ ਮਾਨਸਿਕ ਸੁਧਾਰ ਨਾਲ ਹੀ ਹੋ ਸਕਦਾ ਹੈ ਤਾਂ ਜੋ ਮੁੜ ਕੇ ਉਹ ਪਾਪ ਨਾ ਕਰੇ। ਗੁਰਮਤਿ ਅਨੁਸਾਰ ਮਾਨਸਿਕ ਸੁਧਾਰ ਦਾ ਸਭ ਤੋਂ ਉੱਤਮ ਤੇ ਪੱਕਾ ਇਲਾਜ ਸਾਧ ਸੰਗਤ ਦੇ ਹਸਪਤਾਲ ਵਿੱਚ ਬਾਣੀ ਤੇ ਨਾਮ ਔਖਦ ਨਾਲ ਸਿਮਰਨ ਦੁਆਰਾ ਸ਼ੀਘਰ ਤੇ ਨਿਸ਼ਚੈ ਹੀ ਹੋ ਸਕਦਾ ਹੈ। ਬਾਕੀ ਹੋਰ ਸਾਰੇ ਇਲਾਜ ਅਧੂਰੇ ਤੇ ਅਨਿਸ਼ਚਿਤ ਤੇ ਫੋਕਟ ਹਨ। ਗੁਰਬਾਣੀ ਵਿੱਚ ਸਾਡੇ ਪਾਪਾਂ ਦੇ ਛੇਤੀ ਤੇ ਪੱਕੇ ਇਲਾਜ ਦੇ ਅਤੀ ਸੋਹਣੇ ਤੇ ਸੌਖੇ ਸਾਧਨ ਦਰਸਾਏ ਗਏ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਕਾ ਨਾਮ ਕੋਟ ਪਾਪ ਖੋਵੈ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਭਗਤ ਜਨਾ ਕੈ ਸੰਗ ਪਾਪ ਗਵਾਵਣਾ, ਕੋਟ ਪਰਾਧ ਮਿਟੇ ਖਿਨ ਪੀਤਰ, ਜਾਂ ਗੁਰਮੁਖ ਨਾਮ ਸਮਾਰੇ। ਨਾਮ ਲੈਤ ਕੋਟ ਅਗ ਨਾਸੇ, ਭਗਤ ਬਾਛੈ ਸਭ ਧੂਰੀ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ।
ਨਾਮ ਲੈਤ ਪਾਪ ਤਨ ਤੇ ਗਿਆ। ਕੱਟੇ ਪਾਪ ਅਸੰਖ ਨਾਮੈ ਇੱਕ ਕਣੀ। ਸਭ ਕਹੋ ਮੁਖੋਂ ਹਰ ਹਰ ਹਰੇ, ਹਰ ਹਰ ਹਰੇ, ਹਰ ਬੋਲਤ ਸਭ ਪਾਪ ਲਹੋ ਗਿਆ। ਗੁਰਬਾਣੀ ਵਿੱਚ ਸਾਨੂੰ ਇਹਨਾਂ ਪਾਪਾਂ ਤੋਂ ਬਚਣ ਦੀ ਤਾੜਨਾ ਇਉਂ ਕੀਤੀ ਗਈ ਹੈ। ਅਨੇਕ ਪੜਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਐ। ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਨਾਨਕ ਔਗੁਣ ਜੇਤੜੇ, ਤੇਤੇ ਗਲੀ ਜੰਜੀਰ। ਜਾਨ ਬੂਝ ਕੇ ਬਾਵਰੇ, ਤੈ ਕਾਜ ਬਿਗਾਰਿਓ। ਪਾਪ ਕਰਤ ਸੁਖਚੋ ਨਹੀਂ, ਨਹਿ ਗਰਭ ਨਿਵਾਰਿਓ। कर कर पाप दरब किया, वर्तन के ताई। माटी स्यों माटी रली, नांगा उठ जाई। कबीर मन जाने सब बात, जानत ही औगुन करे। काहे की कुसलात, हाथ दीप कुएं पर है। कबीर जेते पाप किए राखे तले दुराए। प्रगट पए निदान सब, जब पूछे धर्म राए। परमेश्वर ने अपनी मौज विच इस संसार दी कुआओ द्वारा रचना की ते इसनूं चालू रखण लई अत ही सूखम अटल पूरन नियमबद्ध असूल या कानून बनाए। इन्हां इलाही नियमां नूं बाणी विच रजा, हुक्म या भाणा किया गया है। हुक्मै अंदर सबको, बाहर हुक्म न कोय। नानक हुक्मै जे बुझै, तां हउमै कहे न कोय। ये इलाही हुक्म अपने आप विच इतना पूरन, नुक्सहीन, अपुल, अपार, लाभदायक ते सुखदाई है कि इस विच कदे तरमीम अथवा बदली करन दी लोड़ नहीं जापी। जद ये इलाही हुक्म, डिवाइन विल, इतना मुकम्मल, कंप्लीट, लाभदायक ते सुखदाई है तां जीवन लई, अपने जीवन नूं सुखी ते खुशहाल रखण लई मुकम्मल तौर ते इस हुक्म दी रवानगी दे सुर विच ही रुड़ी जाना चाहिदा है ते इस तरह आत्मिक रौं दे अधीन होके भाणे विच रहना चाहिदा है। ये हुक्म हर एक जीव दे नाल ही लिखिया होया है। हुक्म रजाई चलना, नानक लिखिया नाल। सिवाए इंसानां दे बाकी सब जूना इस नाल लिखे हुक्म दे सुर विच जीवन बतीत करदियां हन, पर इंसान अपनी बुद्धि दे आसरे अपने आप नूं सियाणा समझदा है ते रब्बी हुक्म तो अनजान या अवेसला होके आउट ऑफ ट्यून, बेसुरा होया होया है। इसे करके इंसान ही इक्को जून है जो अपनी बुद्धि ते हौमे दे कारण हर किस्म दे दुख ते कलेश भोगदा होया रसातल वल जा रहा है। ये इंसान लई एक गंभीर समस्या है, सीरियस ट्रैजेडी है। ये सारिया जूना दा सिरताज हुंदा होया ते बेअंत बुद्धि ते सोचन शक्ति दा मालक हुंदियां इहो जही अधोगति नूं प्राप्त है। इसते बड़ा अफसोस भी हुंदा है ते हासा भी आउंदा है। असल विच इस नाल लिखे हुक्म तो बेसुरा हो के अपनी हौमे दे अधीन पंज चोर, काम, क्रोध, लोभ, मोह ते हंकार दे शिकार होके ही आसा, मनसा ते तृष्णा दे नीवें ख्याल उपजदे हन, ਜਿਹੜੇ ਸਾਰੇ ਨੀਵੇਂ ਕਰਮਾਂ ਤੇ ਪਾਪਾਂ ਦੇ ਮੂਲ ਕਾਰਨ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਪਾਪਾਂ ਦਾ ਮੁੱਢਲਾ ਤੇ ਅਸਲੀ ਕਾਰਨ ਸਾਡਾ ਹੁਕਮ ਤੋਂ ਬੇਮੁਖ ਜਾਂ ਬੇਸੁਰੇ ਹੋਣਾ ਹੀ ਹੈ। ਹਾਂਜੀ, ਫਿਰ ਪੜ੍ਹੀਏ। ਅਸਲ ਵਿੱਚ ਇਸ ਨਾਲ ਲਿਖੇ ਹੁਕਮ ਤੋਂ ਬੇਸੁਰੇ ਹੋ ਕੇ ਆਪਣੀ ਹਉਮੈ ਦੇ ਅਧੀਨ ਪੰਜ ਚੋਰ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਸ਼ਿਕਾਰ ਹੋ ਕੇ ਹੀ ਆਸਾ, मनसा ते तृष्णा दे नीवें ख्याल उपजदे हन, जिहड़े सारे नीवें कर्मां ते पापां दे मूल कारण हन। जदों असीं रब्बी हुक्म दे सुर विच होवांगे तां औगुण हो ही नहीं सकदे ते साडे कोलों हमेशा दैवी गुण ही उपजणगे ते सहज सुभाए ही नेकी या पुण्य दी रुचि होवेगी। दूजे लफ्जां विच
ਹੁਕਮ ਤੋਂ ਬੇਸੁਰੇ ਹੋਣਾ ਹੀ ਪਾਪ ਹੈ ਤੇ ਸੁਰ ਵਿੱਚ ਰਹਿਣਾ ਹੀ ਪੁੰਨ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਮਨੁੱਖ ਆਪਣੇ ਭਾਣੇ ਵਿੱਚ ਨੀਵੀਂ ਰੁਚੀ ਦੇ ਅਧੀਨ ਹੋ ਕੇ ਪਾਪ ਕਮਾਉਂਦਾ ਹੋਇਆ ਆਪਣਾ ਮਨ ਇੰਨਾ ਮਲੀਨ ਕਰ ਲੈਂਦਾ ਹੈ ਕਿ ਉਹ ਮੈਲੇ ਮਨ ਦੁਆਰਾ ਕਰਮਬੱਧ ਹੋ ਜਾਂਦਾ ਹੈ ਤੇ ਉਸ ਤੋਂ ਫਿਰ ਮੱਲੋ ਮੱਲੀ ਆਪਣੇ ਆਪ ਪਾਪ ਹੁੰਦੇ ਰਹਿੰਦੇ ਹਨ ਤੇ ਆਖਰ ਉਸ ਦੇ ਪਾਪਾਂ ਦੀ ਰੁਚੀ ਅਤ ਦੀਰਘ ਤੇ ਡੂੰਘੀ ਹੋ ਕੇ ਉਸ ਦੇ ਤਨ ਮਨ ਤੇ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਂਦੀ ਹੈ ਤੇ ਉਹ ਆਪਣੇ ਆਪ ਰਸਾਤਲ ਵੱਲ ਰੁੜਿਆ ਜਾਂਦਾ ਹੈ। ਇਸ ਤਰ੍ਹਾਂ ਆਪਣੀ ਤਬਾਹੀ ਦਾ ਉਹ ਆਪ ਕਾਰਨ ਬਣਦਾ ਹੈ। ਇਸ ਲਈ ਇਲਾਹੀ ਹੁਕਮ ਬੁੱਝ ਕੇ ਭਾਣੇ ਵਿੱਚ ਸੁਰ ਹੋ ਕੇ ਜੀਵਨ ਬਤੀਤ ਕਰਨ ਨਾਲ ਹੀ ਅਸੀਂ ਸਦਾ ਲਈ ਪਾਪਾਂ ਤੋਂ ਬਚ ਸਕਦੇ ਹਾਂ ਤੇ ਲੋਕ ਸੁਖੀ ਤੇ ਪਰਲੋਕ ਸੁਹੇਲੇ ਕਰ ਸਕਦੇ ਹਾਂ। ਪਰ ਇਲਾਹੀ ਹੁਕਮ ਨੂੰ ਬੁੱਝਣ ਲਈ ਤੇ ਇਸ ਦੇ ਭਾਣੇ ਵਿੱਚ ਚੱਲਣ ਲਈ ਗੁਰਬਾਣੀ ਦੀ ਅਗਵਾਈ ਵਿੱਚ ਸਤਸੰਗ ਦੀ ਸਹਾਇਤਾ ਦੁਆਰਾ ਨਾਮ ਸਿਮਰਨ ਅਭਿਆਸ ਦੀ ਲੋੜ ਹੈ। ਹਾਂਜੀ, ਹੁਕਮ ਨੂੰ ਬੁੱਝਣ ਲਈ ਤੇ ਇਸ ਦੇ ਭਾਣੇ ਵਿੱਚ ਚੱਲਣ ਲਈ ਗੁਰਬਾਣੀ ਦੀ ਅਗਵਾਈ ਵਿੱਚ ਸਤਸੰਗ ਦੀ ਸਹਾਇਤਾ ਦੁਆਰਾ ਨਾਮ ਸਿਮਰਨ ਅਭਿਆਸ ਦੀ ਲੋੜ ਹੈ। ਹਾਂਜੀ, ਇਹ ਸੀ ਮਾਨਸਿਕ ਪਾਪ। ਤੀਜਾ ਹੈ ਆਤਮਿਕ ਪਾਪ। ਭਾਣੇ ਵਿੱਚ ਰਹਿਣ ਵਾਲੇ ਭਗਤ, ਸਾਧ, ਸੰਤ, ਗੁਰਮੁਖ ਦੁਨੀਆ ਵਿੱਚ ਵਿਰਲੇ ਹੀ ਹੁੰਦੇ ਹਨ ਤੇ ਅਕਾਲ ਪੁਰਖ ਨੂੰ ਇਹ ਅਤ ਹੀ ਪਿਆਰੇ ਹੋਣ ਕਾਰਨ ਉਹ ਇਹਨਾਂ ਦੀ ਸਦਾ ਹੀ ਪੈਜ ਰੱਖਦਾ ਤੇ ਰੱਛਾ ਕਰਦਾ ਆਇਆ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਕੋਈ ਭੁੱਲੜ ਮਨਮੁਖ ਇਹਨਾਂ ਮਹਾਂਪੁਰਖਾਂ ਦੀ ਨਿੰਦਾ ਕਰਦਾ ਹੈ ਤਾਂ ਅਕਾਲ ਪੁਰਖ ਨੂੰ ਦੁੱਖ ਹੁੰਦਾ ਹੈ ਤੇ ਉਹਨਾਂ ਦਾ ਇਹ ਹਾਲ ਹੁੰਦਾ ਹੈ। ਸੰਤ ਜਨਾਂ ਕੀ ਨਿੰਦਾ ਕਰੇ, ਦੁਸ਼ਟ ਦੈਤ ਚਿੜਾਇਆ। ਜਿਨ ਜਿਨ ਕਰੀ ਅਵਗਿਆ ਜਨ ਕੀ, ਤੇ ਤੈਂ ਦੀਏ ਰੁੜਾਈ। ਜੋ ਨਿੰਦਾ ਦੁਸ਼ਟ ਕਰੈ ਭਗਤਾਂ ਕੀ, ਹਰਨਾਖਸ਼ ਜਿਉ ਪਚ ਜਾਵੇ ਗੋ। ਇਹਨਾਂ ਨਿੰਦਕਾਂ ਦੋਖੀਆਂ ਨੂੰ ਸਜ਼ਾ ਤ੍ਰੈ ਗੁਣਾ ਦੇ ਲਾਅ ਆਫ ਕਰਮਾਂ ਤੋਂ ਇਲਾਵਾ ਅਕਾਲ ਪੁਰਖ ਆਪ ਵੀ ਦਿੰਦਾ ਹੈ ਤੇ ਇਹਨਾਂ ਦੀ ਉਹਨਾਂ ਮਹਾਂਪੁਰਖਾਂ ਬਗੈਰ ਜਿਨ੍ਹਾਂ ਦੀ ਨਿੰਦਿਆ ਕੀਤੀ ਹੋਵੇ ਹੋਰ ਕੋਈ ਢੋਈ ਨਹੀਂ ਹੈ। ਸਿਰਫ ਉਹ ਹੀ ਮਾਫ ਕਰ ਸਕਦੇ ਹਨ। संत का निंदक महाहत्यारा, संत का निंदक परमेश्वर मारा। संत के दोखी को अवर न राखन हार, नानक संत पावै तां लय उबार। इस लई सानू आत्मिक पापां तो बच के रहण दा खास ध्यान रखना चाहिए है। इस तो इलावा एक होर आत्मिक पाप है जो अज्ञानता कारण असी सहज सुभाए करते रहंदे हां। आत्मा नूं उपर उठन अथवा प्रफुल्लत होण दा चांस भागा नाल मिलदा है ते जदों इहो जिहा मौका मिले तां उस दी विरोधता करनी, ऑपोजिशन टू दी एस्पायरिंग सोल, ये एक दीर्घ आत्मिक पाप है। कायनात विच हर एक चीज अंदर विकास होण दी कुदरती रुचि या हुक्म है। इस तरह साडी आत्मा भी विकसित होना चाहती है, डिवेलप होना चाहती है ते अपने केंद्र अकाल पुरख वल खिचिंदी जा रही है। जद इहो जिही सुरत या आत्मा अपने विकास लई कोई उद्यम करती है तो उसनूं अनजान ते भुल्लड़ लोग विरोध नाल दबाउणा या बदनाम करना लोड़दे हन ते उस रूह दे वदन फुल्लन ते प्रफुल्लत होण विच रोड़े अटकाउंदे हन। इस तरह कई अखौती साध संत गुरु भी भोलियां रूहां नूं मिसगाइड करके भंबल भूसियां विच पा के जग्यासुआं दा जीवन तबाह कर दिंदे हन।
ਇਸ ਤਰ੍ਹਾਂ ਵੀ ਅਸੀਂ ਆਤਮਿਕ ਪਾਪਾਂ ਦੇ ਦੋਸ਼ੀ ਹੁੰਦੇ ਹਾਂ ਤੇ ਇਹ ਵੀ ਦੀਰਘ ਆਤਮਿਕ ਪਾਪ ਹਨ। ਮਾਨਵਤਾ ਦੀਆਂ ਸਾਰੀਆਂ ਸਮੱਸਿਆਵਾਂ ਮਨੁੱਖ ਵੱਲੋਂ ਅਟਲ ਰੱਬੀ ਨਿਯਮਾਂ ਅਥਵਾ ਹੁਕਮ ਦੀ ਉਲੰਘਣਾ ਤੋਂ ਉਪਜਦੀਆਂ ਹਨ ਤੇ ਮਨੁੱਖ ਦੀ ਕੁਰਾਹੇ ਪੈ ਜਾਣ ਦੀ ਪ੍ਰਵਿਰਤੀ ਹੀ ਉਸ ਨੂੰ ਆਦਰਸ਼ਕ ਮਨੁੱਖ ਬਣਨ ਤੋਂ ਵਾਂਝਿਆਂ ਰੱਖਦੀ ਹੈ। ਹਾਂਜੀ, ਮਾਨਵਤਾ ਦੀਆਂ ਸਾਰੀਆਂ ਸਮੱਸਿਆਵਾਂ ਮਨੁੱਖ ਵੱਲੋਂ ਅਟਲ ਰੱਬੀ ਨਿਯਮਾਂ ਅਥਵਾ ਹੁਕਮ ਦੀ ਉਲੰਘਣਾ ਤੋਂ ਉਪਜਦੀਆਂ ਹਨ ਤੇ ਮਨੁੱਖ ਦੀ ਕੁਰਾਹੇ ਪੈ ਜਾਣ ਦੀ ਪ੍ਰਵਿਰਤੀ ਹੀ ਉਸ ਨੂੰ ਆਦਰਸ਼ਕ ਮਨੁੱਖ, ਜੋ ਕਿ ਰੱਬੀ ਚਾਹ ਹੈ, ਰੱਬੀ ਚਾਹ ਅਨੁਸਾਰ ਆਦਰਸ਼ਕ ਮਨੁੱਖ ਬਣਨ ਤੋਂ ਵਾਂਝਿਆਂ ਰੱਖਦੀ ਹੈ। ਇਹ ਸਾਰੀਆਂ ਨੀਵੀਆਂ ਰੁਚੀਆਂ ਤੋਂ ਉਪਜੇ ਪਾਪ ਮਾਇਆ ਦੇ ਭਰਮ ਭੁਲਾਵੇ ਵਿੱਚ ਹਉਮੈ ਤੇ ਮੈਂ ਮੇਰੀ ਦਾ ਰਿਫਲੈਕਸ਼ਨ ਹਨ। ਵਿਸ਼ਵ ਵਿੱਚ ਅਸ਼ਾਂਤੀ ਦਾ ਮੁੱਖ ਕਾਰਨ ਇਹ ਹੀ ਹੈ ਕਿ ਅਸੀਂ ਅਧਿਆਤਮਿਕ ਨਾਲੋਂ ਵਧੇਰੇ ਪਦਾਰਥਿਕ ਹਾਂ। ਈਰਖਾ, ਦਵੈਤ, ਨਫ਼ਰਤ ਤੇ ਨਿਜ ਸਵਾਰਥ ਹੀ ਸਮਾਜ ਨੂੰ ਸ਼ਾਂਤੀ ਤੇ ਆਨੰਦ ਤੋਂ ਵਾਂਝਿਆਂ ਰੱਖਦੇ ਹਨ। ਮਨੁੱਖ ਖੁਸ਼ੀ, ਸ਼ਾਂਤੀ, ਖੇੜੇ, ਰਸ ਅਤੇ ਪਿਆਰ ਤੋਂ ਬਿਨਾਂ ਰੁੱਖਾ ਸੁੱਕਾ ਜੀਵਨ ਬਤੀਤ ਕਰ ਰਿਹਾ ਹੈ, ਕਿਉਂਕਿ ਉਹ ਆਪਣੇ ਆਤਮਿਕ ਵਿਰਸੇ ਤੋਂ ਅਗਿਆਤ ਹੈ ਤੇ ਇਲਾਹੀ ਪਿਆਰਮਈ ਜੀਵਨ ਰੌਂ ਤੋਂ ਟੁੱਟ ਕੇ ਪ੍ਰੀਤ, ਪਿਆਰ, ਰਸ, ਚਾਉ ਦੀਆਂ ਰੱਬੀ ਦਾਤਾਂ ਤੋਂ ਵਾਂਝਾ ਰਹਿੰਦਾ ਹੈ। ਜਿਉਂ-ਜਿਉਂ ਸਾਧ ਸੰਗਤ ਅਤੇ ਨਾਮ ਸਿਮਰਨ ਦੁਆਰਾ ਸਾਡੀਆਂ ਬਿਰਤੀਆਂ ਉੱਚੀਆਂ ਉੱਠ ਕੇ ਦੈਵੀ ਹੁੰਦੀਆਂ ਜਾਣਗੀਆਂ ਤੇ ਆਤਮਿਕ ਛੋਹ ਦੁਆਰਾ ਸੂਖਮ ਤੇ ਪ੍ਰਬਲ ਹੁੰਦੀਆਂ ਜਾਣਗੀਆਂ, ਤਿਉਂ-ਤਿਉਂ ਅਸੀਂ ਅਥਵਾ ਸਾਡਾ ਆਪਾ ਇਲਾਹੀ ਸੁਖ, ਪ੍ਰੇਮ, ਪਿਆਰ, ਰਸ, ਚਾਉ ਵਾਲਾ ਇਲਾਹੀ ਜੀਵਨ ਰੌਂ ਦੇ ਵਹਾਓ ਲਈ ਇੱਕ ਪ੍ਰਣਾਲੀ ਬਣਦਾ ਜਾਵੇਗਾ, ਚੈਨਲ ਬਣਦਾ ਜਾਵੇਗਾ। ਇਸ ਤਰ੍ਹਾਂ ਸਾਡਾ ਤਨ, ਮਨ, ਹਿਰਦਾ ਸਾਰੇ ਦੈਵੀ ਗੁਣਾਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਦੇ ਸਾਧਨ ਬਣ ਜਾਣਗੇ। ਕਦੋਂ? ਜਦੋਂ ਅਸੀਂ ਸਾਧ ਸੰਗਤ ਤੇ ਨਾਮ ਸਿਮਰਨ ਕਰਾਂਗੇ। ਗੁਰਬਾਣੀ ਅਨੁਸਾਰ ਕਲਯੁਗ ਵਿੱਚ ਇਹ ਹੀ ਪੁੰਨ ਹੈ। ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਏ। ਸਾਡੇ ਤਨ, ਮਨ, ਹਿਰਦੇ ਨੂੰ ਆਤਮ ਪ੍ਰਾਇਣ ਕਰਕੇ ਨਾਮ ਦੀ ਰੰਗਨ ਚਾੜਨੀ ਇਲਾਹੀ ਰਜ਼ਾ ਅਨੁਸਾਰ ਹੈ ਤੇ ਹਰ ਇੱਕ ਜੀਵ ਦੀ ਪ੍ਰਤਿਗਿਆ ਅਤੇ ਕਰਤੱਵ ਹੈ। ਹਾਂਜੀ, ਸਾਡੇ ਤਨ, ਮਨ, ਹਿਰਦੇ ਨੂੰ ਆਤਮ ਪ੍ਰਾਇਣ ਕਰਕੇ ਨਾਮ ਦੀ ਰੰਗਨ ਚਾੜਨੀ ਇਹ ਇਲਾਹੀ ਰਜ਼ਾ ਅਨੁਸਾਰ ਹੈ ਤੇ ਹਰ ਇੱਕ ਜੀਵ ਦੀ ਪ੍ਰਤਿਗਿਆ ਤੇ ਕਰਤੱਵ ਹੈ। ਜਦੋਂ ਸਾਨੂੰ ਕੋਈ ਸਰੀਰਕ ਰੋਗ ਲੱਗਦਾ ਹੈ ਤਾਂ ਅਸੀਂ ਕੋਈ ਓੜ-ਪੋੜ ਕਰਦੇ ਹਾਂ ਜਾਂ ਡਾਕਟਰ ਕੋਲ ਭੱਜਦੇ ਹਾਂ। ਡਾਕਟਰ ਸਾਡੇ ਰੋਗ ਦੀ ਜਾਂਚ ਕਰਕੇ, ਡਾਇਗਨੋਸਿਸ ਕਰਕੇ ਬਿਮਾਰੀ ਤੇ ਉਸ ਦਾ ਕਾਰਨ ਲੱਭਦਾ ਹੈ ਤੇ ਇਲਾਜ ਕਰਦਾ ਹੈ। ਪਰ ਕਈ ਵਾਰ ਤਪੇਦਿਕ, ਕੈਂਸਰ, ਕੋੜ ਆਦਿ ਮੋਲਕ ਰੋਗਾਂ ਦਾ ਸਾਨੂੰ ਅਹਿਸਾਸ ਤੇ ਪਤਾ ਹੀ ਨਹੀਂ ਲੱਗਦਾ ਤੇ ਅਸੀਂ ਮਾੜੀ ਮੋਟੀ ਤਕਲੀਫ ਨੂੰ ਮਲ ਦਲ ਕੇ ਸਹਾਰੀ ਜਾਂਦੇ ਹਾਂ ਜਾਂ ਨੀਮ ਹਕੀਮਾਂ ਤੋਂ ਇਲਾਜ ਕਰਾ ਕੇ ਡੰਗ ਟਪਾਈ ਜਾਂਦੇ ਹਾਂ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਹਿਜੇ ਸਹਿਜੇ ਸਮਾਂ ਪਾ ਕੇ ਇਹ ਰੋਗ ਸੀਰੀਅਸ ਬਣ ਜਾਂਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਅਣਗਹਿਲੀ ਕਾਰਨ ਆਪਣੇ ਸਰੀਰਕ ਰੋਗਾਂ ਨੂੰ ਵਧਾ ਕੇ ਖਤਰਨਾਕ ਬਣਾ ਲੈਂਦੇ ਹਾਂ ਤੇ ਆਪਣੀ ਬੇਪਰਵਾਹੀ ਕਾਰਨ ਅਤਿਅੰਤ ਦੁੱਖ ਕਲੇਸ਼ ਭੋਗਦੇ ਹਾਂ। ਐਨ ਇਸੇ ਤਰ੍ਹਾਂ ਸਾਡੀ ਮਾਨਸਿਕ ਹਾਲਤ ਹੈ। ਸਾਡੀਆਂ ਨੀਵੀਆਂ ਰੁਚੀਆਂ ਵਿੱਚੋਂ ਨੀਵੇਂ ਤੇ ਭੈੜੇ ਕਰਮ ਜਾਂ ਪਾਪ ਉਪਜਦੇ ਹਨ। ਬਾਹਰਲੀ ਕੁਸੰਗਤ ਦਾ ਅਸਰ ਤੇ ਅੰਤਿਸ਼ਕਰਨ ਦੀ ਰੰਗਤ ਦੀ ਹਵਾੜ ਵਿੱਚੋਂ ਹੀ ਨੀਵੀਆਂ ਰੁਚੀਆਂ ਉਪਜਦੀਆਂ ਹਨ। ਹਾਂਜੀ, ਬਾਹਰਲੀ ਕੁਸੰਗਤ ਦਾ ਅਸਰ ਤੇ ਅੰਤਿਸ਼ਕਰਨ ਦੀ ਰੰਗਤ ਦੀ ਹਵਾੜ, ਇਹਨਾਂ ਵਿੱਚੋਂ ਹੀ ਨੀਵੀਆਂ ਰੁਚੀਆਂ ਉਪਜਦੀਆਂ ਹਨ। ਪਿਛਲੇ ਨੀਵੇਂ ਕਰਮਾਂ ਤੇ ਖਿਆਲਾਂ ਅਨੁਸਾਰ ਹੀ ਅੰਤਿਸ਼ਕਰਨ ਦੀ ਰੰਗਤ ਬਣਦੀ ਹੈ। ਮਾਨਸਿਕ ਰੰਗਤ ਜਾਂ ਹਵਾੜ ਜਾਂ ਨੀਵੀਆਂ ਰੁਚੀਆਂ ਨੂੰ ਹੀ ਮਾਨਸਿਕ ਬਿਮਾਰੀਆਂ ਕਿਹਾ ਜਾਂਦਾ ਹੈ। ਇਹਨਾਂ ਮਾਨਸਿਕ ਬਿਮਾਰੀਆਂ ਦਾ ਮੁੱਢ ਕਾਰਨ ਸਾਡੀ ਹਉਮੈ ਹੀ ਹੈ। ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚੋਂ ਹੀ ਹਉਮੈ ਉਪਜਦੀ ਤੇ ਪਲਦੀ ਹੈ।
ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਨੀਵੀਆਂ ਰੁਚੀਆਂ ਉਪਜਦੀਆਂ ਤੇ ਪਰਵਿਰਤ ਹੁੰਦੀਆਂ ਹਨ। ਅਕਾਲ ਪੁਰਖ ਦੀ ਗੈਰ ਹਾਜ਼ਰੀ ਜਾਂ ਭੁੱਲ ਤੋਂ ਹੀ ਮਾਇਆ ਦਾ ਭਰਮ ਉਪਜਦਾ ਹੈ। ਜਿੱਥੇ ਇਲਾਹੀ ਪ੍ਰਕਾਸ਼ ਹੈ ਉੱਥੇ ਮਾਇਕੀ ਭਰਮ ਦਾ ਹਨੇਰ ਨਹੀਂ ਰਹਿ ਸਕਦਾ। ਪ੍ਰਕਾਸ਼ ਅਤੇ ਹਨੇਰਾ ਇੱਕੋ ਵਕਤ ਨਹੀਂ ਹੋ ਸਕਦੇ। ਹਨੇਰਾ प्रकाश की गैर हाजिरी या अनहोंद का ही नाम है। जब हम होते तब तू नहीं, अब तू ही मैं नहीं। इस विचार तो स्पष्ट है कि अकाल पुरख की भुल ही साडे सारे मानसिक रोगां का मुढ़ला कारण है। परमेश्वर ते भुलियां व्यापन सभे रोग, वेमुख होए राम ते लगन जन्म विजोग। ਜਦੋਂ ਸਾਡਾ ਮਨ ਬਿਮਾਰ ਹੁੰਦਾ ਹੈ ਤਾਂ ਉਸ ਦਾ ਅਸਰ ਸਰੀਰ ਉੱਤੇ ਪੈਣਾ ਅਵਸ਼ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਦੀਰਘ ਬਿਮਾਰੀਆਂ ਦਾ ਮੁੱਢਲਾ ਕਾਰਨ ਸਾਡੇ ਮਾਨਸਿਕ ਰੋਗ ਹੀ ਹਨ। ਇਸੇ ਕਰਕੇ ਗੁਰੂ ਬਾਬੇ ਨੇ ਲਫ਼ਜ਼ ਰੋਗ ਦੇ ਮੂਹਰੇ ਸਭੇ ਵਿਸ਼ੇਸ਼ਣ ਲਾ ਕੇ ਇਹ ਗੱਲ ਦ੍ਰਿੜ ਕਰਾਈ ਹੈ ਕਿ ਪਰਮੇਸ਼ਰ ਨੂੰ ਭੁੱਲਣ ਨਾਲ ਹੀ ਸਾਰੇ ਸਰੀਰਕ ਤੇ ਮਾਨਸਿਕ ਰੋਗ ਲੱਗਦੇ ਹਨ। ਬਿਮਾਰ ਮਨ ਵਿੱਚੋਂ ਮੈਲੀਆਂ ਤੇ ਨੀਵੀਆਂ ਰੁਚੀਆਂ ਉਪਜਦੀਆਂ ਹਨ। ਨੀਵੀਆਂ ਰੁਚੀਆਂ ਤੋਂ ਮਾੜੇ ਖਿਆਲ ਉਪਜਦੇ ਹਨ। ਮਾੜੇ ਖਿਆਲਾਂ ਤੋਂ ਮਾੜੇ ਕਰਮ ਜਾਂ ਪਾਪ ਹੁੰਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਇਲਾਹੀ ਅਸੂਲ ਅਨੁਸਾਰ ਮਾੜੇ ਕਰਮਾਂ ਦਾ ਨਤੀਜਾ ਦੁੱਖ, ਕਲੇਸ਼ ਆਦਿ ਭੁਗਤਨੇ ਪੈਂਦੇ ਹਨ ਤੇ ਆਪਣੇ ਪਾਪਾਂ ਅਨੁਸਾਰ ਹੀ ਅਸੀਂ ਜਮਾਂ ਦੇ ਵਸ ਪੈਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਸਾਡੇ ਮਾੜੇ ਖਿਆਲ, ਨੀਵੀਆਂ ਰੁਚੀਆਂ, ਮੈਲਾ ਮਨ, ਮੈਲਾ ਅੰਤਿਸ਼ਕਰਨ, ਮਾੜੇ ਕਰਮ, ਪਾਪ, ਜਮ ਜੇਵੜੀ, ਜਮਾਂ ਦੀ ਸਜ਼ਾ, ਮਾਨਸਿਕ ਬਿਮਾਰੀਆਂ, ਸਰੀਰਕ ਬਿਮਾਰੀਆਂ, ਦੁੱਖ, ਕਲੇਸ਼, ਨਰਕ, ਇਹ ਸਾਰੀਆਂ ਹਾਲਤਾਂ ਤ੍ਰੈਗੁਣੀ ਮੰਡਲ ਦੀ ਗੰਦਲੀ ਤੇ ਜ਼ਹਿਰੀਲੀ ਮਾਨਸਿਕ ਰੰਗਤ ਅਥਵਾ ਹਵਾੜ ਤੋਂ ਹੀ ਉਪਜਦੀਆਂ ਹਨ, ਜਿਸ ਦਾ ਮੁੱਢਲਾ ਕਾਰਨ ਰੂਟ ਕਾਜ਼ ਪਰਮੇਸ਼ਰ ਨੂੰ ਭੁੱਲਣਾ ਹੀ ਹੈ। ਇਸ ਭੁੱਲ ਵਿੱਚੋਂ ਹੀ ਹਉਮੈ ਉਤਪੰਨ ਹੁੰਦੀ ਹੈ ਤੇ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਡਾਰਕਨੈਸ ਆਫ ਇਲੂਸਿਵ ਈਗੋ ਵਿੱਚ ਹੀ ਸਾਰਾ ਤ੍ਰੈਗੁਣੀ ਮਾਇਕੀ ਚੱਕਰ ਉਪਜਦਾ, ਪਲਦਾ ਤੇ ਵਰਤਦਾ ਹੈ। ਜਿਸ ਤਰ੍ਹਾਂ ਕਿ ਹਨੇਰ ਕੋਠੜੀ ਜਾਂ ਗੁਫਾ ਵਿੱਚ ਸੱਪ, ਠੂਏ, ਮੱਛਰ ਆਦਿ ਉਪਜਦੇ, ਪਲਦੇ ਤੇ ਪਰਵਿਰਤ ਹੁੰਦੇ ਹਨ। ਦੁੱਖ ਤਦੇ ਜਾਂ ਵਿਸਰ ਜਾਵੈ, ਭੁੱਖ ਵਿਆਪੈ, ਬਹੁ ਬਿਧ ਧਾਵੈ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੈ ਤਾਂ ਸੇਵਾ। ਇਸ ਜ਼ਮਾਨੇ ਵਿੱਚ ਸਾਡੇ ਮਨ ਬਹੁਤ ਰੋਗੀ ਹੋ ਗਏ ਹਨ, ਜਿਸ ਕਾਰਨ ਸਰੀਰਕ ਰੋਗ ਵੀ ਬਹੁਤ ਵੱਧ ਗਏ ਹਨ ਤੇ ਇਹਨਾਂ ਰੋਗਾਂ ਦੇ ਇਲਾਜ ਲਈ ਬੇਅੰਤ ਨੁਸਖੇ, ਟੀਕੇ, ਦਵਾਈਆਂ ਪ੍ਰਚਲਿਤ ਹਨ ਤੇ ਨਾਲ ਹੀ ਡਾਕਟਰ, ਹਕੀਮ, ਹਸਪਤਾਲ ਵੀ ਬੇਅੰਤ ਵੱਧ ਗਏ ਹਨ। ਇੱਥੋਂ ਤਾਈਂ ਕਿ ਹਰ ਇੱਕ ਬਿਮਾਰੀ ਦੇ ਖਾਸ ਡਾਕਟਰ, ਸਪੈਸ਼ਲਿਸਟ ਬਣ ਗਏ ਹਨ। ਅਸੀਂ ਵੀ ਇਤਨੇ ਅਲਰਟ ਹੋ ਗਏ ਹਾਂ, ਚੁਕੰਨੇ ਹੋ ਗਏ ਹਾਂ ਕਿ ਮਾੜਾ ਜਿਹਾ ਦਰਦ ਜਾਂ ਬੁਖਾਰ ਹੁੰਦਿਆਂ ਹੀ ਝੱਟ ਡਾਕਟਰ ਕੋਲ ਭੱਜਦੇ ਹਾਂ ਤੇ ਚੰਗੇ ਤੋਂ ਚੰਗਾ ਟੀਕਾ ਲਾਉਣ ਲਈ ਕਹਿੰਦੇ ਹਾਂ। ਟੀਕਿਆਂ ਦੇ ਨਾਲ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਖਾਂਦਿਆਂ ਅੱਕ ਜਾਈਦਾ ਹੈ। ਇਹਨਾਂ ਟੀਕਿਆਂ ਤੇ ਗੋਲੀਆਂ ਨਾਲ ਜੇ ਇੱਕ ਪਾਸੇ ਕੋਈ ਇਲਾਮਤ ਘਟਦੀ ਹੈ ਤਾਂ ਦੂਜੇ ਪਾਸੇ ਹੋਰ ਇਲਾਮਤਾਂ, ਸਾਈਡ ਇਫੈਕਟਸ ਸ਼ੁਰੂ ਹੋ ਜਾਂਦੇ ਹਨ ਜਾਂ ਆਪਰੇਸ਼ਨ ਕਰਾਉਣਾ ਪੈਂਦਾ ਹੈ। ਇਉਂ ਸਾਡੇ ਸਰੀਰ ਅੰਦਰ ਬਿਮਾਰੀਆਂ ਦਾ ਵਿਸ਼ਸ ਸਰਕਲ, ਚੱਕਰ ਚੱਲਦਾ ਹੀ ਰਹਿੰਦਾ ਹੈ ਜਦ ਤਾਈਂ ਮੌਤ ਸਾਡਾ ਛੁਟਕਾਰਾ ਨਹੀਂ ਕਰਾਉਂਦੀ। ਇਸੇ ਕਰਕੇ ਗੁਰੂ ਬਾਬੇ ਨੇ ਐਲਾਨ ਕੀਤਾ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਿਉਂਕਿ ਜੇ ਕੋਈ ਸਰੀਰਕ ਰੋਗ ਤੋਂ ਬਚਿਆ ਵੀ ਹੈ ਤਾਂ ਮਾਨਸਿਕ ਰੋਗ ਤਾਂ ਸਭਨਾਂ ਨੂੰ ਹੀ ਲੱਗੇ ਹੋਏ ਹਨ। ਇਹ ਇੱਕ ਦੀਰਘ ਸਮੱਸਿਆ ਹੈ, ਸੀਰੀਅਸ ਪ੍ਰੋਬਲਮ ਹੈ ਕਿ ਬਾਵਜੂਦ ਮੈਡੀਕਲ ਸਾਇੰਸ ਦੀ ਇਤਨੀ ਤਰੱਕੀ ਤੇ ਬੇਅੰਤ ਇਲਾਜ ਦੇ ਸਾਧਨਾਂ ਦੇ ਸਾਡੀ ਸਮੁੱਚੀ ਸਿਹਤ ਦਾ ਲੈਵਲ ਪਿਛਲੇ ਜ਼ਮਾਨੇ ਨਾਲੋਂ ਬਹੁਤ ਗਿਰ ਗਿਆ ਹੈ। ਇਸ ਵਿਸ਼ੇ ਦੀ ਬੜੀ ਡੂੰਘੀ ਤੇ ਦੀਰਘ ਵਿਚਾਰ ਤੇ ਘੋਖ ਕਰਨ ਦੀ ਲੋੜ ਹੈ। ਪੁਰਾਣੇ ਜ਼ਮਾਨੇ ਵਿੱਚ ਲੋਕ ਸਿੱਧੇ ਸਾਦੇ, ਭੋਲੇ ਭਾਲੇ, ਦੈਵੀ ਰੁਚੀਆਂ ਵਾਲੇ ਹੁੰਦੇ ਸਨ।
ਉਹਨਾਂ ਦੇ ਮਨ ਨਿਰਮਲ, ਨਿਰਛਲ, ਨਰੋਏ, ਸੇਵਾ ਭਾਵ ਤੇ ਧਾਰਮਿਕ ਸ਼ਰਧਾ ਭਾਵਨੀ ਵਾਲੇ ਹੁੰਦੇ ਸਨ ਤੇ ਉਹ ਕੁਦਰਤ ਅਨੁਸਾਰ ਸਾਦਾ ਤੇ ਨਿਰਛਲ ਜੀਵਨ ਬਤੀਤ ਕਰਦੇ ਸਨ, ਜਿਸ ਕਾਰਨ ਉਹਨਾਂ ਨੂੰ ਮਾਨਸਿਕ ਤੇ ਸਰੀਰਕ ਰੋਗ ਘੱਟ ਹੀ ਲੱਗਦੇ ਸਨ। ਜਿਉਂ-ਜਿਉਂ ਵਿਦਿਅਕ ਅਤੇ ਵਿਗਿਆਨਿਕ ਤਰੱਕੀ ਹੁੰਦੀ ਗਈ, ਸਾਡੀ ਸਿਵਿਲਾਈਜੇਸ਼ਨ, ਸਾਡੀ ਸੱਭਿਅਤਾ ਵਿੱਚ ਪਰਿਵਰਤਨ ਆਉਂਦਾ ਗਿਆ ਤੇ ਨਾਲ ਹੀ ਸਾਡੇ ਖਿਆਲ, ਸੋਚਣੀ, ਚਿਤਵਨੀ, ਰੁਚੀਆਂ, ਰੀਝਾਂ, ਗਿਆਨ, ਕਰਮ, ਧਰਮ, ਕਹਿਣੀ, ਰਹਿਣੀ ਬਹਿਣੀ ਆਦਿ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਕ੍ਰਾਂਤੀ ਆਉਂਦੀ ਗਈ ਤੇ ਸਾਡੇ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਦੁਆਰਾ ਜੀਵਨ ਦਾ ਗਿਆਨ ਤੇ ਜੀਵਨ ਦੀਆਂ ਕਦਰ ਕੀਮਤਾਂ ਬਦਲਦੀਆਂ ਗਈਆਂ, ਜਿਸ ਕਾਰਨ ਸਾਡੇ ਜੀਵਨ ਵਿੱਚ ਖੁਦਗਰਜ਼ੀ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦ્વੈਤ, ਵੈਰ, ਵਿਰੋਧ, ਝਗੜੇ, ਲੜਾਈਆਂ ਆਦਿ ਨੀਵੇਂ ਮਾਇਕੀ ਔਗੁਣ ਵੱਧਦੇ ਗਏ ਤੇ ਅਸੀਂ ਮਾਨਸਿਕ ਤੇ ਸਰੀਰਕ ਤੌਰ ਤੇ ਰੋਗੀ ਹੁੰਦੇ ਗਏ। ਕਦੋਂ? ਵਿਦਿਅਕ ਅਤੇ ਵਿਗਿਆਨਿਕ ਤਰੱਕੀ ਜਿਉਂ-ਜਿਉਂ ਹੁੰਦੀ ਗਈ। ਇਸ ਤਰ੍ਹਾਂ ਸਾਡੇ ਵਿੱਚੋਂ ਦੈਵੀ ਗੁਣ ਘਟਦੇ ਗਏ ਤੇ ਅਸੁਰੀ ਔਗੁਣ ਵੱਧਦੇ ਤੇ ਤੀਬਰ ਹੁੰਦੇ ਗਏ, ਜਿਸ ਕਾਰਨ ਸਾਡਾ ਮਨ, ਬੁੱਧੀ, ਚਿੱਤ, ਅੰਤਿਸ਼ਕਰਨ ਆਦਿ ਮੈਲੇ, ਗੰਦਲੇ ਹੋ ਗਏ ਤੇ ਖੁਦਗਰਜ਼ੀ, ਤ੍ਰਿਸ਼ਨਾ, ਹੰਕਾਰ, ਈਰਖਾ, ਦ્વੈਤ ਆਦਿ ਨਾਲ ਸਾਡਾ ਜੀਵਨ ਭ੍ਰਸ਼ਟ ਹੁੰਦਾ ਗਿਆ। ਇਹਨਾਂ ਮਾਨਸਿਕ ਰੋਗਾਂ ਦਾ ਅਸਰ ਸਾਡੇ ਸਰੀਰ ਤੇ ਅਵਸ਼ ਪੈਣਾ ਸੀ, ਜਿਸ ਕਾਰਨ ਸਰੀਰਾਂ ਦੇ ਰੋਗ ਵੀ ਵੱਧਦੇ ਗਏ, ਜਿਸ ਦਾ ਸਬੂਤ ਸਾਡੇ ਸਾਹਮਣੇ ਪ੍ਰਤੱਖ ਪ੍ਰਗਟ ਹੋ ਰਿਹਾ ਹੈ। ਇਹੋ ਜਿਹੇ ਮੈਲੇ ਤੇ ਰੋਗੀ ਮਨ ਵਿੱਚੋਂ ਨੀਵੀਆਂ ਰੁਚੀਆਂ ਤੇ ਨੀਵੇਂ ਕਰਮ ਹੀ ਉਪਜਦੇ ਹਨ, ਜਿਸ ਕਾਰਨ ਸੰਸਾਰ ਵਿੱਚ ਖੁਦਗਰਜ਼ੀ, ਵੈਰ, ਵਿਰੋਧ, ਈਰਖਾ, ਦ્વੈਤ, ਲੁੱਟ ਖਸੁੱਟ, ਖੋਆ ਖਾਈ ਤੇ ਅਸ਼ਾਂਤੀ ਵੱਧ ਰਹੀ ਹੈ ਤੇ ਧੋਖਾ, ਬੇਈਮਾਨੀ, ਭ੍ਰਿਸ਼ਟਾਚਾਰ ਦਾ ਸੰਸਾਰ ਵਿੱਚ ਹਰ ਪਾਸੇ ਬੋਲਬਾਲਾ ਹੈ। ਦੂਜੇ ਲਫ਼ਜ਼ਾਂ ਵਿੱਚ ਸਮੁੱਚੀ ਇਨਸਾਨੀਅਤ ਦੇ ਰਗੋ ਰੇਸ਼ੇ ਵਿੱਚ ਮਾਨਸਿਕ ਗਿਲਾਨੀ ਦਾ ਜ਼ਹਿਰ, ਵਿਸ਼ੀਅਸ ਪੋਇਜ਼ਨ ਆਫ ਕਰਪਸ਼ਨ ਧਸ ਵਸ ਰਸ ਚੁੱਕਿਆ ਹੈ ਤੇ ਇਹ ਛੂਤ ਦੀ ਮਾਰੂ ਬਿਮਾਰੀ ਫੈਲ ਗਈ ਹੈ, ਜਿਸ ਨਾਲ ਝਗੜੇ, ਲੜਾਈਆਂ, ਅਸ਼ਾਂਤੀ ਸਾਰੇ ਵਿਸ਼ਵ ਵਿੱਚ ਵੱਧਦੀ ਜਾ ਰਹੀ ਹੈ। ਇਸ ਮਾਨਸਿਕ ਗਿਲਾਨੀ ਦੀ ਬਦਬੂ ਜਾਂ ਹਵਾੜ ਸਾਡੇ ਹਿਰਦਿਆਂ, ਮਨਾਂ, ਅੰਤਿਸ਼ਕਰਨ, ਭਾਈਚਾਰੇ, ਕੌਮਾਂ, ਦੇਸ਼ਾਂ, ਮਜ਼ਹਬਾਂ, ਨੌਕਰਸ਼ਾਹੀ, ਮਹਿਕਮਿਆਂ, ਸਰਕਾਰਾਂ, ਧਾਰਮਿਕ ਅਸਥਾਨਾਂ ਤੇ ਵਿਸ਼ਵ ਦੇ ਰਗੋ ਰੇਸ਼ੇ ਵਿੱਚ ਸਮਾ ਗਈ ਹੈ, ਜਿਸ ਦਾ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਪ੍ਰਗਟਾਵਾ ਹੋ ਰਿਹਾ ਹੈ। ਦੁਨਿਆਵੀ ਪੱਧਰ ਤੇ UNO ਵਰਗੀਆਂ ਸ਼੍ਰੇਸ਼ਠ ਵਿਸ਼ਵ ਸੰਸਥਾਵਾਂ ਵੀ ਇਸ ਗਿਲਾਨੀ ਨੂੰ ਹਟਾਉਣ ਜਾਂ ਘਟਾਉਣ ਵਿੱਚ ਨਾਕਾਮਯਾਬ ਰਹੀਆਂ ਹਨ। ਧਰਮ ਅਤੇ ਧਰਮ ਅਸਥਾਨ ਵੀ ਇਸ ਜ਼ਹਿਰੀਲੀ ਮਾਇਕੀ ਗਿਲਾਨੀ ਦੇ ਅਸਰ ਤੋਂ ਨਹੀਂ ਬਚ ਸਕੇ। ਇਹਨਾਂ ਦੋਹਾਂ ਸ਼੍ਰੇਸ਼ਠ ਸੰਸਥਾਵਾਂ ਉੱਤੇ ਇਨਸਾਨ ਨੂੰ ਬੜੀਆਂ ਆਸਾਂ ਸਨ ਕਿ ਇਸ ਮਾਰੂ ਮਾਨਸਿਕ ਬਿਮਾਰੀ ਨੂੰ ਰੋਕਣਗੀਆਂ ਜਾਂ ਠੱਲ ਪਾਉਣਗੀਆਂ। ਅਫਸੋਸ ਤੇ ਦੁਖਦਾਈ ਗੱਲ ਹੈ ਕਿ ਇਹੋ ਜਿਹੀਆਂ ਉੱਚੇ ਸੁੱਚੇ ਮਿਆਰ ਦੀਆਂ ਸੰਸਥਾਵਾਂ ਨੂੰ ਵੀ ਇਸ ਮਾਨਸਿਕ ਗਿਲਾਨੀ ਦੀ ਇਨਫੈਕਸ਼ਨ ਲੱਗ ਰਹੀ ਹੈ। ਇਸ ਦਾ ਪ੍ਰਤੱਖ ਸਬੂਤ ਹੈ ਕਿ ਜਿਉਂ-ਜਿਉਂ UNO ਦੀਆਂ ਕਮੇਟੀਆਂ ਵਧੀਆਂ ਗਈਆਂ ਤੇ ਧਰਮ ਅਸਥਾਨ ਤੇ ਧਰਮ ਪ੍ਰਚਾਰ ਵੱਧ ਰਹੇ ਹਨ, ਉਸੇ ਲਿਹਾਜ਼ ਨਾਲ ਸੰਸਾਰ ਦੀ ਗਿਲਾਨੀ ਵੀ ਵੱਧਦੀ ਜਾ ਰਹੀ ਹੈ ਤੇ ਨਾਲ ਹੀ ਪਾਪ, ਅਤਿਆਚਾਰ, ਜ਼ੁਲਮ, ਅਸ਼ਾਂਤੀ ਵੀ ਵੱਧਦੀ ਜਾ ਰਹੀ ਹੈ। ਮਰਜ਼ बढ़ती ਗਈ ਜਿਉਂ-ਜਿਉਂ ਦਵਾ ਕੀ। ਸਾਡੀ ਗਿਲਾਨੀ ਦੀ ਤਸਵੀਰ ਗੁਰਬਾਣੀ ਵਿੱਚ ਇਉਂ ਖਿੱਚੀ ਗਈ ਹੈ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਭਾਈ ਗੁਰਦਾਸ ਜੀ ਨੇ ਵੀ ਇਸ ਗਿਲਾਨੀ ਉੱਤੇ ਇਉਂ ਟਕੋਰ ਮਾਰੀ ਹੈ। ਕੱਲ ਆਈ ਕੁੱਤੇ ਮੁਹੀ, ਖਾਜ ਹੋਇਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋਂ ਆਲਾਈ, ਚੇਲੇ ਸਾਜ ਵਜਾਇੰਦੇ ਨੱਚਨ ਗੁਰੂ ਬਹੁਤ ਬਿਦ ਭਾਈ। ਚੇਲੇ ਬੈਠਨ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਈ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ,
इस्त्री पुरखै दाम हित भावै, आए किथाऊं जाई, वरत्या पाप सबस जग माही। अजकल ये मानसिक गिलानी पहला नालों कई गुणा ज्यादा वध गई है ते साडे जीवन दे रगो रेशे विच रच मिच गई है ते ला इलाज भासदी है। इंसानियत की इस भयानक ते दुखदाई अधोगति के कारण, इस ह्यूमन ट्रैजेडी के कारण ते इलाज की बाबत दीर्घ विचार ते खोज करन दी अत्यंत लोड़ है। गुरबाणी की रोशनी विच इस जरूरी अते दीर्घ विषय की विचार, इस इंपॉर्टेंट ते सीरीयस प्रॉब्लम की विचार करन दा उद्यम किया जाता है। सारे ध्यान करिए। जब शरीर नूं कोई तकलीफ हुंदी है तां असीं फौरन उसका ओड़ पोड़ करते हाँ या डॉक्टर कोल जांदे हाँ ते जद ताईं तकलीफ दूर ना होवे इलाज कराउंदे रहिंदे हाँ ते लोड़ींदे परहेज भी रखते हाँ। मानसिक तौर ते असीं कई जन्मां तो बीमार हाँ ते मानसिक गिलानी नाल लथ-पथ होके अत्यंत दुखी हो रहे हाँ ते हाय हाय करके विरलाप कर रहे हाँ। पलच पलच सगली मुई, झूठे तंदे मोह। जन्म जन्म की इस मन को मल लागी, काला हुआ स्याहो, खनली धोती उजली न होवई, जे सौ तो वन पाहो। पापी कर्म कमावदे करदे हाय हाय, नानक ज्यों मत्थन मादाणियां त्यों मत्थे धर्म राए। हैरानी वाली गल यह है कि इहो जही गिलानी वाले जीवन के हर पहलू विच भांत भांत दे अत्यंत दुखदाई मानसिक ते शरीरक रोग भुगतदियां ते हाय हाय करन दे बावजूद सानू अपनी दीर्घ तरसयोग दुखदाई अधोगति का एहसास ही नहीं, ख्याल ही नहीं, समझ ही नहीं, खोज ही नहीं ते ऐसी जहरीली गिलानी तो बचन का भी कोई ओहड़ पोहड़ साधन उद्यम इलाज तां की करना सी। इसे तरह गिलानी दे मुढ़ले कारणों नूं, रूट कॉजेज नूं जानन, समझन, विचारन, पहचानन, बुझन ते खोजन दी लोड़ ही नहीं पासदी। याद रखन वालियां जरूरी गल्लां ये हन। पहला, दीर्घ खतरनाक शरीरक बीमारियां, तपेदिक, कोहड़, कैंसर आदि तां मौत अथवा शरीर छड्डन दे नाल ही लै जांदियां हन। दूसरा, पर नीवियां रुचियां ते मानसिक गिलानी दियां बीमारियां तां मौत दे मगरों भी जीव दे नाल ही जांदियां हन। तीसरा, ये मानसिक बीमारियां अगलियां जन्मां विच भी सूद दर सूद क्यूमुलेटिव कंपाउंड इंटरेस्ट वांग तीबर हुंदियां जांदियां हन ते असीं अपने सहेड़े होए पापां दे असर हेठ कर्मबद्ध हो जांदे हां। चौथा, साहूकारां दे खाते वांग साडे कर्मां अथवा पापां दा खाता या लेखा जन्मां जन्मां ताईं क्लीयर नहीं हुंदा, जिस कारण जम जेवरी दी गुलामी साडे गलों नहीं लैंदी। पंजवां, इस हालत विच जे कोई पाठ पूजा कर्मकांड आदि साधन करदे भी हाँ तो उसका माड़ा मोटा फल पिछले घोर पापां दे सूद विच कटिया जांदा है ते साडा लेखा नहीं निबड़दा। कर्म धर्म पाखंड जो दिसै तिन जम जगाती लूटै, पुन दान जो बीज दे सब धर्म राय कह जाई। छेवां, इस तरह जन्मां जन्मां दे पापां दी गिलानी नाल साडा मन अते अंतशकरण मनूर हो जाता है ते गंदगी दे कीड़ियां वांग इस गिलानी वाले जीवन विच ही संतुष्ट या ढीठ होके त्रै-गुणी माइकी मंडल दे अथाह बिखम सागर अंधघोर संसार विच असी गोते खांदे हां। पलच पलच सगली मुई, झूठे तंदे मोह। जुगां जुगांतरां तो गुरु अवतार गुरमुखां ने अपनियां शख्सी जीवनियां ते बाणियां राहीं जीवां नूं इस आत्मिक गिलानी तो बचन लई उपदेशां द्वारा समझाया है ते ताड़ना कीती है। गुरु बाबे ने भी सानू अपनी इलाही बाणी विच इउं ताड़ना कीती है। कोट बिघन तिस लागते जिसनों विसरै नाओ, नानक अन दिन बिलपते ज्यों सुन्यै घर काओ। अन काए रातड़िया वाट दुहेली राम,
ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨ ਜਪੈ ਰਸਨਾ ਫਿਰ ਕਦੋਂ ਸੇਦੈ ਆਵੇ। ਮਨ ਰੇ ਸੰਸਾਰ ਅੰਧ ਗਹਿਰਾ, ਚੌਦਿਸ ਪਸਰਿਓ ਹੈ ਜਮ ਜੇਵਰਾ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।